ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਸੋਹਣਾ ਅਤੇ ਮੋਹਣਾ। ਕਦੇ ਵੀ ਮਨੁੱਖ ਨੂੰ ਸੇਵਾ ਤੋਂ ਵੱਧ ਕੇ ਕਿਸੇ ਵੀ ਹੋਰ ਗੱਲ ਨੂੰ ਮਹੱਤਵ ਨਹੀਂ ਦੇਣਾ ਚਾਹੀਦਾ, ਪਰ ਕੁਝ ਲੋਕ ਕਰਮਕਾਂਡਾਂ ਅਤੇ ਪਖੰਡਾਂ ਵਿੱਚ ਇਸ ਪ੍ਰਕਾਰ ਨਾਲ ਉਲਝ ਜਾਂਦੇ ਹਨ ਕਿ ਉਹਨਾਂ ਨੂੰ ਮਾਨਵ ਮਾਤਰ ਦੀ ਸੇਵਾ ਦਾ ਧਿਆਨ ਹੀ ਨਹੀਂ ਰਹਿੰਦਾ। ਇਸ ਸਾਖੀ ਵਿੱਚ ਅੰਬਾਲਾ ਨਗਰ ਦੇ ਨਜ਼ਦੀਕ ਰਾਏਪੁਰ ਖੇਤਰ ਵਿੱਚ ਬਖਤਾਵਰ ਦੰਪਤੀ ਸੋਹਣ ਅਤੇ ਮੋਹਣੀ ਰਹਿੰਦੇ ਸਨ। ਬੜੇ ਸਮੇਂ ਬਾਅਦ ਵੀ ਇਹਨਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਹੋਇਆ ਸੀ। ਇਹ ਆਪਣੇ ਆਪ ਨੂੰ ਵਿਅਸਤ ਰੱਖਣ ਲਈ ਸਾਰਾ ਸਮਾਂ ਠਾਕੁਰ ਜੀ ਦੀ ਉਪਾਸਨਾ ਵਿੱਚ ਲਗਾਉਂਦੇ ਅਤੇ ਸਾਧੂ ਸੰਨਿਆਸੀਆਂ ਦੇ ਪ੍ਰਵਚਨ ਵਿੱਚ ਪਏ ਰਹਿੰਦੇ। ਇੱਕ ਵਾਰ ਇਹਨਾਂ ਨੂੰ ਇੱਕ ਬੈਰਾਗੀ ਸਾਧੂ ਮਿਲਿਆ, ਜਿਸ ਨੇ ਇਹਨਾਂ ਨੂੰ ਇੱਕ ਵਿਸ਼ੇਸ਼ ਕਰਮਕਾਂਡ ਦੁਆਰਾ ਠਾਕੁਰ ਜੀ ਨੂੰ ਖੁਸ਼ ਕਰਨ ਦਾ ਢੰਗ ਦੱਸਿਆ। ਇਹ ਭੋਲਾ ਦੰਪਤੀ ਉਸੀ ਵਿਸ਼ੇਸ਼ ਢੰਗ ਦੁਆਰਾ ਠਾਕੁਰ ਜੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ, ਜਿਸ ਦੇ ਅੰਤਰਗਤ ਕਿਸੇ ਵਿਸ਼ੇਸ਼ ਸਰੋਵਰ ਤੋਂ ਪਾਣੀ ਲਿਆ ਕੇ ਠਾਕੁਰ ਜੀ ਨੂੰ ਇਸ਼ਨਾਨ ਕਰਵਾ ਕੇ ਭੋਗ ਲਵਾ ਕੇ ਅਤੇ ਉਸ ਪ੍ਰਤਿਭਾ ਦੇ ਸਾਹਮਣੇ ਨਾਚ ਕਰਦੇ। ਇਸ ਪ੍ਰਕਾਰ ਕਈ ਸਾਲ ਗੁਜ਼ਰ ਗਏ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ ਕਿ ਫਲ ਦੀ ਪ੍ਰਾਪਤੀ ਕਦੋਂ ਹੋਵੇਗੀ। ਇੱਕ ਦਿਨ ਸਵੇਰ ਦੇ ਸਮੇਂ ਇਹ ਦੰਪਤੀ ਪਵਿੱਤਰ ਪਾਣੀ ਦੀ ਗਾਗਰ ਲੈ ਕੇ ਘਰ ਪਰਤ ਰਹੇ ਸਨ, ਤਾਂ ਰਸਤੇ ਵਿੱਚ ਇੱਕ ਜ਼ਖਮੀ ਵਿਅਕਤੀ ਉਸ ਦੇ ਕੋਲ ਆਇਆ ਅਤੇ ਨਿਮਰਤਾ ਨਾਲ ਪ੍ਰਾਰਥਨਾ ਕਰਨ ਲੱਗਿਆ, ਕਿਰਪਾ ਕਰਕੇ ਮੈਨੂੰ ਥੋੜ੍ਹਾ ਜਿਹਾ ਪਾਣੀ ਪਿਆ ਦੇਵੋ, ਨਹੀਂ ਤਾਂ ਮੇਰੇ ਪ੍ਰਾਣ ਨਿਕਲ ਜਾਣਗੇ। ਪਰ ਪਵਿੱਤਰ ਪਾਣੀ ਤਾਂ ਠਾਕੁਰ ਜੀ ਨੂੰ ਇਸ਼ਨਾਨ ਕਰਵਾਉਣ ਲਈ ਸੀ, ਇਹ ਕਿਸੇ ਹੋਰ ਵਿਅਕਤੀ ਨੂੰ ਕਿਵੇਂ ਦਿੱਤਾ ਜਾ ਸਕਦਾ ਸੀ। ਇਸ ਲਈ ਸੋਹਣ ਮੋਹਣਾ ਨੇ ਉਸ ਜ਼ਖਮੀ ਦੀ ਅਰਦਾਸ ਦੀ ਅਪਰਵਾਨਗੀ ਕਰ ਦਿੱਤੀ ਅਤੇ ਘਰ ਵੱਲ ਨੂੰ ਚੱਲ ਪਏ। ਉਦੋਂ ਜ਼ਖਮੀ ਵਿਅਕਤੀ ਨੇ ਕਿਹਾ, ਜੇਕਰ ਪੀੜਤ ਜ਼ਰੂਰਤਮੰਦ ਦੀ ਸਹਾਇਤਾ ਨਹੀਂ ਕਰ ਸਕਦੇ ਤਾਂ ਇਹ ਪਾਣੀ ਕਿਸੇ ਕੰਮ ਨਹੀਂ ਆਵੇਗਾ। ਜਦੋਂ ਦੰਪਤੀ ਘਰ ਅੱਪੜਿਆ ਤਾਂ ਠਾਕੁਰ ਨੂੰ ਇਸ਼ਨਾਨ ਕਰਵਾਉਣ ਲੱਗਿਆ ਤਾਂ ਉਹਨਾਂ ਦੇ ਕੰਨਾਂ ਵਿੱਚ ਜ਼ਖਮੀ ਦੇ ਕਰਲਾਉਣ ਦੀ ਆਵਾਜ਼ ਆਉਂਦੀ ਰਹੀ ਅਤੇ ਉਹ ਵਾਕ ਵਾਰ-ਵਾਰ ਯਾਦ ਆਉਂਦਾ ਰਿਹਾ ਕਿ ਤੁਹਾਡਾ ਇਹ ਪਾਣੀ ਤਾਂ ਪਰਿਸ਼ਰਮ ਵਿਅਰਥ ਹੈ। ਜੇਕਰ ਕਿਸੇ ਦੇ ਔਖੇ ਸਮੇਂ ਵਿੱਚ ਕੰਮ ਨਹੀਂ ਆ ਸਕਦਾ। ਸੋਹਣਾ ਮੋਹਣਾ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਣ ਲੱਗਿਆ। ਉਹ ਤੁਰੰਤ ਘਰ ਤੋਂ ਲੌਟ ਆਏ ਅਤੇ ਉੱਥੇ ਪੁੱਜੇ ਜਿੱਥੇ ਉਹਨਾਂ ਨੂੰ ਉਹ ਜ਼ਖਮੀ ਵਿਅਕਤੀ ਮਿਲਿਆ ਸੀ, ਪਰ ਇਸ ਅੰਤਰਾਲ ਵਿੱਚ ਉਸ ਵਿਅਕਤੀ ਨੇ ਪ੍ਰਾਣ ਤਿਆਗ ਦਿੱਤੇ ਸਨ। ਜ਼ਖਮੀ ਨੂੰ ਮੋਇਆ ਵੇਖ ਕੇ ਹੁਣ ਉਹ ਦੰਪਤੀ ਦੇ ਦਿਲ ਨੂੰ ਬਹੁਤ ਸਦਮਾ ਪਹੁੰਚਿਆ, ਪਰ ਹੁਣ ਤਾਂ ਸਮਾਂ ਹੱਥੋਂ ਨਿਕਲ ਚੁੱਕਿਆ ਸੀ। ਮੋਇਆਂ ਨੂੰ ਚਾਰੇ ਪਾਸੇ ਵੱਲੋਂ ਭੀੜ ਨੇ ਘੇਰ ਰੱਖਿਆ ਸੀ। ਇਸ ਭੀੜ ਵਿੱਚੋਂ ਇੱਕ ਵਿਅਕਤੀ ਨੇ ਅਰਥੀ ਦੀ ਪਹਿਚਾਣ ਇੱਕ ਸਿੱਖ ਵਿਅਕਤੀ ਦੇ ਰੂਪ ਵਿੱਚ ਕਰ ਦਿੱਤੀ, ਜੋ ਕੁਝ ਸਮਾਂ ਪਹਿਲਾਂ ਡਾਕੂਆਂ ਦੇ ਗਰੋਹ ਵੱਲੋਂ ਲੋਹਾ ਲੈਂਦੇ ਹੋਏ ਜ਼ਖਮੀ ਹੋਇਆ ਸੀ। ਦੰਪਤੀ ਦੇ ਦਿਲ ਵਿੱਚ ਪਛਤਾਪ ਦੀ ਜਵਾਲਾ ਭੜਕ ਉੱਠੀ। ਉਹ ਮਾਫ਼ੀ ਬੇਨਤੀ ਕਰਨਾ ਚਾਹੁੰਦੇ ਸਨ, ਪਰ ਕਿਵੇਂ ਦੋਸ਼ ਵੱਲੋਂ ਮੁਕਤੀ ਪ੍ਰਾਪਤ ਕੀਤੀ ਜਾਵੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ। ਉਦੋਂ ਉਹਨਾਂ ਨੂੰ ਇੱਕ ਸੁਝਾਅ ਮਿਲਿਆ। ਇਸ ਸਿੱਖ ਦੇ ਗੁਰੂ ਜੀ ਬਹੁਤ ਹੀ ਉਦਾਰ ਦਿਲ ਦੇ ਸੁਆਮੀ ਹਨ। ਜੇਕਰ ਉਹਨਾਂ ਦੇ ਸਾਹਮਣੇ ਤੁਸੀਂ ਭੁੱਲ ਸਵੀਕਾਰਦੇ ਹੋਏ ਮਾਫ਼ੀ ਮੰਗੋਗੇ ਤਾਂ ਉਹ ਤੁਹਾਨੂੰ ਕਿਰਤਾਰਥ ਕਰ ਦੇਣਗੇ। ਪਰ ਦੰਪਤੀ ਨੂੰ ਗੁਰੂ ਜੀ ਦੇ ਸਾਹਮਣੇ ਜਾਣ ਤੋਂ ਆਤਮ ਪਛਤਾਵਾ ਅਨੁਭਵ ਹੋਣ ਲੱਗਿਆ। ਉਹ ਵਿਚਾਰਨ ਲੱਗੇ ਕਿ ਕੋਈ ਅਜਿਹੀ ਜੁਗਤੀ ਹੋਵੇ ਜਿਸ ਦੇ ਨਾਲ ਸਹਿਜ ਹੀ ਗੁਰੂ ਜੀ ਦਾ ਸਾਹਮਣਾ ਹੋ ਜਾਵੇ ਅਤੇ ਉਹ ਮਾਫ਼ੀ ਲਈ ਅਰਦਾਸ ਕਰਨ। ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਸ਼੍ਰੀ ਪਾਉਂਟਾ ਸਾਹਿਬ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਪ੍ਰਸਥਾਨ ਕਰ ਰਹੇ ਹਨ। ਉਹ ਰਾਏਪੁਰ ਖੇਤਰ ਵੱਲੋਂ ਹੋ ਕੇ ਗੁਜ਼ਰਨਗੇ। ਇਹ ਗਿਆਤ ਹੁੰਦੇ ਹੀ ਦੰਪਤੀ ਨੇ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਜਿਸ ਰਸਤੇ ਵੱਲੋਂ ਫੌਜੀ ਬਲ ਅਤੇ ਪਰਿਵਾਰ ਜਾ ਰਿਹਾ ਸੀ, ਉਸੀ ਰਸਤੇ ਉੱਤੇ ਮੋਹਣਾ ਅਤੇ ਸੋਹਣਾ ਘੰਟੇ ਤੋਂ ਉਡੀਕ ਕਰਦੇ ਰਹੇ,
ਪਰ ਗੁਰੂ ਜੀ ਰਸਤਾ ਬਦਲ ਕੇ ਦੂਜੇ ਖੇਤਰ ਵੱਲੋਂ ਗੁਜ਼ਰ ਗਏ, ਕਿਉਂਕਿ ਉਹ ਸੋਹਣਾ ਅਤੇ ਮੋਹਣਾ ਵੱਲੋਂ ਰੁਸ਼ਟ ਸਨ। ਉਹ ਨਹੀਂ ਚਾਹੁੰਦੇ ਸਨ ਕਿ ਜਿਸ ਨੂੰ ਉਹਨਾਂ ਦੇ ਸਿੱਖ ਨੇ ਸ਼ਰਾਪ ਦਿੱਤਾ ਹੈ ਉਹਨਾਂ ਉੱਤੇ ਕਿਰਪਾ ਦੀ ਨਜ਼ਰ ਹੋਵੇ। ਜਦੋਂ ਇਸ ਦੰਪਤੀ ਨੂੰ ਇਹ ਗਿਆਤ ਹੋਇਆ ਕਿ ਗੁਰੂ ਜੀ ਉਹਨਾਂ ਨੂੰ ਦਰਸ਼ਨ ਨਹੀਂ ਦੇਣਾ ਚਾਹੁੰਦੇ ਤਾਂ ਉਹ ਕੰਬ ਉੱਠੇ ਅਤੇ ਮਾਫੀ ਬੇਨਤੀ ਦੀ ਜੁਗਤੀ ਢੂੰਡਣ ਲੱਗੇ। ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਚਲੇ ਜਾਣਾ ਚਾਹੀਦਾ ਹੈ। ਉੱਥੇ ਹੀ ਢੰਗ ਬਣ ਜਾਵੇਗਾ ਅਤੇ ਗੁਰੂ ਜੀ ਵੱਲੋਂ ਜ਼ਰੂਰ ਮਾਫੀ ਵੀ ਪ੍ਰਾਪਤ ਹੋ ਜਾਵੇਗੀ। ਇਹ ਦ੍ਰਿੜ ਨਿਸ਼ਚਾ ਕਰਕੇ ਦੰਪਤੀ ਗੁਰੂ ਦੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਅੱਪੜੇ। ਉਹ ਆਪਣੀ ਭੀੜ ਪ੍ਰਮੁੱਖ ਸੇਵਕਾਂ ਨੂੰ ਦੱਸਣ ਲੱਗੇ ਅਤੇ ਬੇਨਤੀ ਕਰਨ ਲੱਗੇ ਕਿ ਸਾਨੂੰ ਮਾਫੀ ਦਿਲਵਾ ਦਿਓ। ਜਦੋਂ ਸਿੱਖ ਸੇਵਕਾਂ ਨੂੰ ਇਹ ਗਿਆਤ ਹੋਇਆ ਕਿ ਗੁਰੂ ਜੀ ਇਸ ਦੰਪਤੀ ਵੱਲੋਂ ਰੁਸ਼ਟ ਹਨ ਤਾਂ ਕਿਸੇ ਨੂੰ ਸਾਹਸ ਨਹੀਂ ਹੋਇਆ ਕਿ ਉਹ ਉਹਨਾਂ ਦੀ ਗੁਰੂ ਜੀ ਦੇ ਸਨਮੁਖ ਸਿਫਾਰਿਸ਼ ਕਰਨ। ਸਾਰਿਆਂ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਤੁਸੀਂ ਗੁਰੂ ਘਰ ਦੀ ਨਿਸ਼ਕਾਮ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿਓ ਤਾਂ ਕਦੇ ਨਾ ਕਦੇ ਗੁਰੂ ਜੀ ਦਿਆਲ ਹੋਣਗੇ ਅਤੇ ਉਹ ਆਪਣੇ ਆਪ ਹੀ ਤੁਹਾਨੂੰ ਮਾਫ ਕਰ ਦੇਣਗੇ। ਇਹ ਸੁਝਾਅ ਉਚਿਤ ਸੀ। ਉਹ ਸੇਵਾ ਵਿੱਚ ਵਿਅਸਤ ਰਹਿਣ ਲੱਗੇ। ਸੋਹਣਾ ਅਤੇ ਮੋਹਣਾ ਬਾਗਬਾਨੀ ਦਾ ਕਾਰਜ ਬਹੁਤ ਕੁਸ਼ਲਤਾ ਵੱਲੋਂ ਕਰ ਲੈਂਦੇ ਸਨ। ਇਹਨਾਂ ਨੇ ਆਪਣੇ ਘਰ ਉੱਤੇ ਇੱਕ ਸੁੰਦਰ ਬਗੀਚੀ ਬਣਾ ਰੱਖੀ ਸੀ ਜਿਸ ਵਿੱਚ ਭਾਂਤੀ-ਭਾਂਤੀ ਦੇ ਫੁੱਲ ਉਗਾਏ ਹੋਏ ਸਨ। ਉਹ ਠਾਕਰ ਨੂੰ ਅਰਪਿਤ ਕਰਦੇ ਰਹਿੰਦੇ ਸਨ। ਉਹਨਾਂ ਨੇ ਮੇਲ ਸਮੂਹ ਵਧਾ ਕੇ ਮਾਤਾ ਸੁੰਦਰੀ ਜੀ ਵੱਲੋਂ ਉਹਨਾਂ ਦੀ ਫੁਲਵਾੜੀ ਦੀ ਦੇਖਭਾਲੀ ਦੀ ਜ਼ਿੰਮੇਵਾਰੀ ਲੈ ਲਈ। ਇਹਨਾਂ ਨੂੰ ਆਸ ਸੀ ਕਿ ਕਦੇ ਨਾ ਕਦੇ ਗੁਰੂ ਜੀ ਆਪਣੀ ਬਗੀਚੀ ਵਿੱਚ ਜ਼ਰੂਰ ਹੀ ਆਉਣਗੇ। ਸੋਹਣਾ ਮੋਹਣਾ ਬਨਸਪਤੀ ਮਾਹਿਰ ਹੋਣ ਦੇ ਨਾਂ 'ਤੇ ਨਵੇਂ-ਨਵੇਂ ਫੁੱਲ ਉਗਾਉਣ ਲੱਗੇ ਅਤੇ ਨਵੇਂ ਢੰਗ ਵੱਲੋਂ ਬਾਗਬਾਨੀ ਤਿਆਰ ਕਰਨ ਲੱਗੇ। ਉਹਨਾਂ ਦੀ ਲਗਨ ਮਾਤਾ ਸੁੰਦਰੀ ਜੀ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਇਸ ਦੰਪਤੀ ਨੇ ਇੱਕ ਵਿਸ਼ੇਸ਼ ਪ੍ਰਕਾਰ ਦੇ ਫੁੱਲ ਉਗਾਏ ਜਿਨ੍ਹਾਂ ਦੀ ਸ਼ੇਮਾ ਅਨੁਪਮ ਸੀ। ਉਹ ਚਾਹੁੰਦੇ ਸਨ ਕਿ ਗੁਰੂ ਜੀ ਬਗੀਚੀ ਵਿੱਚ ਆਉਣ ਤਾਂ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਗੁਲਦਸਤਾ ਭੇਂਟ ਕਰਨ ਅਤੇ ਉਹਨਾਂ ਦੇ ਪਛਤਾਵੇ ਦੀ ਅਰਦਾਸ ਕੀਤੀ ਜਾਵੇ, ਪਰ ਗੁਰੂ ਜੀ ਉੱਥੇ ਕਦੀ ਵੀ ਨਹੀਂ ਗਏ। ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਜੀ ਵਿੱਚ ਇੱਕ ਬੈਰਾਗੀ ਸਾਧੂ ਗੁਰੂ ਜੀ ਦੀ ਵਡਿਆਈ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਬੜੀ ਦੂਰੋਂ ਆਇਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਵਿਚਾਰ ਕਰਨ ਲੱਗਾ ਕਿ ਗੁਰੂ ਜੀ ਨੂੰ ਕੀ ਚੀਜ਼ ਭੇਂਟ ਕੀਤੀ ਜਾਵੇ ਜਿਸ ਦੇ ਨਾਲ ਉਹ ਉਹਨਾਂ ਦੀ ਅਨੁਕੰਪਾ ਦਾ ਪਾਤਰ ਬਣ ਸਕੇ। ਇਸ ਤਲਾਸ਼ ਵਿੱਚ ਉਸ ਦੀ ਦ੍ਰਿਸ਼ਟੀ ਗੁਰੂ ਜੀ ਦੀ ਬਗੀਚੀ ਵਿੱਚ ਪਈ ਜਿੱਥੇ ਇਹ ਦੰਪਤੀ ਨਿੱਤ ਬਗੀਚੀ ਦੀ ਦੇਖ ਰੇਖ ਕਰਦੇ ਸਨ। ਸਾਧੂ ਉਹਨਾਂ ਕੋਲ ਪਹੁੰਚਿਆ ਅਤੇ ਅਨੁਰੋਧ ਕਰਨ ਲੱਗਿਆ, ਤੁਸੀਂ ਜੋ ਇਸ ਵਿਸ਼ੇਸ਼ ਪ੍ਰਕਾਰ ਦੇ ਫੁੱਲ ਉਗਾਏ ਹਨ ਮੈਨੂੰ ਦੇਣ ਦੀ ਕਿਰਪਾ ਕਰੋ, ਮੈਂ ਤੁਹਾਨੂੰ ਉਚਿਤ ਮੁੱਲ ਦੇਵਾਂਗਾ। ਪਰ ਇਸ ਸਾਧੂ ਦਾ ਪ੍ਰਸਤਾਵ ਠੁਕਰਾ ਦਿੱਤਾ ਗਿਆ ਅਤੇ ਉਸ ਨੂੰ ਦੱਸਿਆ ਗਿਆ ਕਿ ਇਹ ਬਗੀਚੀ ਉਹਨਾਂ ਦੀ ਨਹੀਂ ਹੈ, ਉਹ ਤਾਂ ਕੇਵਲ ਸੇਵਾਦਾਰ ਹਨ। ਜੋ ਫੁੱਲ ਮੰਗ ਰਿਹਾ ਹੈ ਉਹ ਸੁਰੱਖਿਅਤ ਰੱਖੇ ਗਏ ਹਨ ਕਿਉਂਕਿ ਇਹ ਕਿਸੇ ਵਿਸ਼ੇਸ਼ ਵਿਅਕਤੀ ਨੂੰ ਸਮਰਪਿਤ ਕੀਤੇ ਜਾਣਗੇ। ਬੈਰਾਗੀ ਸਾਧੂ ਜਿਨ੍ਹਾਂ ਨੂੰ ਜਨ ਸਧਾਰਨ ਰੋਡਾ ਜਲਾਲੀ ਦੇ ਨਾਮ ਵੱਲੋਂ ਜਾਣਿਆ ਜਾਂਦਾ ਸੀ, ਉਹ ਨਿਰਾਸ਼ ਹੋ ਕੇ ਵਾਪਸ ਪਰਤ ਆਇਆ, ਪਰ ਉਹ ਉਹਨਾਂ ਫੁੱਲਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਨੂੰ ਤਿਆਗ ਨਹੀਂ ਸਕਿਆ। ਉਹ ਅੱਧੀ ਰਾਤ ਨੂੰ ਉੱਠਿਆ ਅਤੇ ਉਸ ਬਗੀਚੀ ਵਿੱਚ ਪਹੁੰਚ ਕੇ ਚੁਪਕੇ ਵੱਲੋਂ ਉਹੀ ਫੁੱਲ ਤੋੜ ਲਿਆਇਆ ਅਤੇ ਪ੍ਰਾਤਕਾਲ ਸਭਾ ਵਿੱਚ ਗੁਰੂ ਜੀ ਨੂੰ ਸਮਰਪਿਤ ਕਰ ਦਿੱਤੇ। ਇਸ ਵਿਸ਼ੇਸ਼ ਪ੍ਰਕਾਰ ਦੇ ਫੁੱਲਾਂ ਨੂੰ ਵੇਖ ਕੇ ਗੁਰੂ ਜੀ ਖੁਸ਼ ਨਹੀਂ ਹੋਏ। ਉਹਨਾਂ ਨੇ ਸਾਧੂ ਨੂੰ ਵਿਪਰੀਤ ਪ੍ਰਸ਼ਨ ਕੀਤਾ, ਸਾਧੂ ਮਹਾਰਾਜ, ਤੁਸੀਂ ਬੈਰਾਗੀ ਸਾਧੂ ਸੰਤ ਹੋ, ਤੁਹਾਡਾ ਦਿਲ ਵੀ ਕੋਮਲ ਹੋਵੇਗਾ, ਫਿਰ ਤੁਸੀਂ ਇਹ ਕੋਮਲ ਫੁੱਲ ਕਿਸ ਪ੍ਰਕਾਰ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਸੁਣਦੇ ਹੀ ਸਾਧੂ ਕੰਬ ਉੱਠਿਆ। ਉਸ ਨੂੰ ਅਹਿਸਾਸ ਹੋਇਆ ਕਿ ਗੁਰੂ ਜੀ ਨੇ ਉਸ ਦੀ ਚੋਰੀ ਫੜ ਲਈ ਹੈ, ਪਰ ਉਹ ਸਤਰਕ ਹੋ ਕੇ ਆਪਣੀ ਗਲਤੀ ਉੱਤੇ ਪਰਦਾ ਪਾਉਣ ਦੇ ਵਿਚਾਰ ਵੱਲੋਂ ਕਹਿਣ ਲੱਗਿਆ, ਗੁਰੂ ਜੀ,
ਫੁੱਲ ਤਾਂ ਪੈਦਾ ਹੀ ਇਸ ਲਈ ਕੀਤੇ ਜਾਂਦੇ ਹਨ ਕਿ ਉਹਨਾਂ ਨੂੰ ਡਾਲੀ ਨਾਲੋਂ ਤੋੜ ਕੇ ਦੂਸਰਿਆਂ ਦਾ ਸ਼ਿੰਗਾਰ ਬਣਾਇਆ ਜਾਵੇ। ਇਸ ਉੱਤੇ ਗੁਰੂ ਜੀ ਨੇ ਕਿਹਾ, ਪਰ ਇਹ ਅਧਿਕਾਰ ਤੁਹਾਡਾ ਨਹੀਂ ਸੀ। ਜਿਨ੍ਹਾਂ ਦਾ ਅਧਿਕਾਰ ਖੇਤਰ ਸੀ, ਕੀ ਤੁਸੀਂ ਉਹਨਾਂ ਦਾ ਦਿਲ ਨਹੀਂ ਤੋੜਿਆ ਹੈ? ਇਹ ਭੁੱਲ ਉਸ ਵੱਲੋਂ ਵੀ ਜ਼ਿਆਦਾ ਵੱਡੀ ਭੁੱਲ ਨਹੀਂ। ਹੁਣ ਸਾਧੂ ਦੇ ਕੋਲ ਕੋਈ ਜਵਾਬ ਨਹੀਂ ਸੀ। ਉਹ ਸਿਰ ਝੁਕਾ ਕੇ ਅਪਰਾਧੀ ਬਣ ਕੇ ਖੜਾ ਹੋਇਆ ਸੀ। ਗੁਰੂ ਜੀ ਨੇ ਕਿਹਾ, ਇੱਥੇ ਤਾਂ ਸ਼ਰਧਾ ਭਗਤੀ ਵੱਲੋਂ ਭੇਂਟ ਕੀਤੀ ਗਈ ਹਰ ਪ੍ਰਕਾਰ ਦੀ ਚੀਜ਼ ਮੰਨਣ ਯੋਗ ਹੈ। ਕੋਈ ਜ਼ਰੂਰੀ ਤਾਂ ਨਹੀਂ ਸੀ ਕਿ ਤੁਸੀਂ ਫੁੱਲ ਹੀ ਲਿਆਵੋ। ਸਾਧੂ ਨੇ ਕਿਹਾ, ਗੁਰੂ ਜੀ, ਮੇਰੇ ਕੋਲ ਕੰਗਾਲੀ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਜੋ ਮੈਂ ਤੁਹਾਨੂੰ ਭੇਂਟ ਕਰ ਸਕਾਂ। ਗੁਰੂ ਜੀ ਉਸ ਦੀ ਚਤੁਰਾਈ ਵੇਖ ਕੇ ਮੁਸਕਰਾ ਗਏ ਅਤੇ ਇੱਕ ਸਿੱਖ ਨੂੰ ਸੰਕੇਤ ਕੀਤਾ ਕਿ ਸਾਧੂ ਦੀ ਟੋਪੀ ਉਤਾਰੋ। ਟੋਪੀ ਉਤਾਰੀ ਗਈ, ਜਿਸ ਵਿੱਚੋਂ ਸੋਨੇ ਦੀਆਂ ਮੁਦਰਾਵਾਂ ਡਿੱਗਣ ਲੱਗੀਆਂ। ਇਹ ਮੁਦਰਾਵਾਂ ਬਹੁਤ ਹੀ ਚਤੁਰਾਈ ਵੱਲੋਂ ਟੋਪੀ ਵਿੱਚ ਸਿਲੀਆਂ ਗਈਆਂ ਸਨ, ਪਰ ਸਿੱਖ ਦੁਆਰਾ ਟੋਪੀ ਨੂੰ ਖਨਖਨਾਉਣ ਵੱਲੋਂ ਇੱਕ-ਇੱਕ ਕਰਕੇ ਸਾਰੀਆਂ ਬਾਹਰ ਡਿੱਗਣ ਲੱਗੀਆਂ। ਉਦੋਂ ਸਾਰੀ ਸਭਾ ਵਿੱਚ ਹਾਸਿਆਂ ਦਾ ਮਾਹੌਲ ਬਣ ਗਿਆ। ਗੁਰੂ ਜੀ ਨੇ ਕਥਨੀ ਅਤੇ ਕਰਨੀ ਵਿੱਚ ਫਰਕ ਸਪਸ਼ਟ ਕਰ ਦਿੱਤਾ, ਜਿਸ ਨਾਲ ਸਾਧੂ ਬੜਾ ਹੀ ਸ਼ਰਮਿੰਦਾ ਹੋਇਆ ਅਤੇ ਮਾਫ਼ੀ ਲਈ ਬੇਨਤੀ ਕਰਨ ਲੱਗਿਆ। ਗੁਰੂ ਜੀ ਨੇ ਕਿਹਾ, ਹੁਣ ਤਾਂ ਤੁਹਾਨੂੰ ਉਹਨਾਂ ਭਗਤਾਂ ਵੱਲੋਂ ਮਾਫ਼ੀ ਮੰਗਣੀ ਹੋਵੇਗੀ ਜਿਨ੍ਹਾਂ ਦੇ ਇਹ ਫੁੱਲ ਤੁਸੀਂ ਤੋੜ ਕੇ ਲੈ ਕੇ ਆਏ ਹੋ। ਆਵੋ ਉਹਨਾਂ ਕੋਲ ਚੱਲੀਏ। ਗੁਰੂ ਜੀ ਸਾਧੂ ਦੇ ਨਾਲ ਬਗੀਚੀ ਵਿੱਚ ਪਹੁੰਚੇ। ਉੱਥੇ ਸੋਨਾ ਮੋਨਾ ਉਹਨਾਂ ਫੁੱਲਾਂ ਦੇ ਚੋਰੀ ਹੋ ਜਾਣ 'ਤੇ ਬੇਸੁੱਧ ਹੋਏ ਪਏ ਸਨ। ਬਗੀਚੀ ਵਿੱਚ ਪਹੁੰਚ ਕੇ ਗੁਰੂ ਜੀ ਨੇ ਉਹਨਾਂ ਦੇ ਮੂੰਹ ਵਿੱਚ ਪਾਣੀ ਪਾਇਆ ਅਤੇ ਬਹੁਤ ਹੀ ਪਿਆਰ ਨਾਲ ਕਿਹਾ, ਅੱਖਾਂ ਖੋਲ੍ਹੋ, ਮੈਂ ਆ ਗਿਆ ਹਾਂ ਅਤੇ ਉਹ ਫੁੱਲ ਮੈਨੂੰ ਪ੍ਰਾਪਤ ਹੋ ਗਏ ਹਨ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਮੈਨੂੰ ਦੇਣ ਲਈ ਉਤਸੁਕ ਹੋ ਰਹੇ ਸੀ। ਅਸੀਂ ਤੁਸੀਂ ਦੋਨਾਂ ਨੂੰ ਉਸ ਭੁੱਲ ਲਈ ਮਾਫ਼ ਕਰ ਦਿੱਤਾ ਹੈ। ਇਸ ਪ੍ਰਕਾਰ ਉਹਨਾਂ ਦੀ ਬੇਹੋਸ਼ੀ ਟੁੱਟ ਗਈ ਅਤੇ ਉਹ ਦੋਨੋਂ ਸੁਚੇਤ ਦਸ਼ਾ ਵਿੱਚ ਆਏ। ਗੁਰੂ ਜੀ ਨੇ ਉਹਨਾਂ ਦੇ ਨਾਲ ਸਨੇਹ ਕੀਤਾ ਅਤੇ ਉਹਨਾਂ ਦੀ ਇੱਛਾ ਪੂਰੀ ਕੀਤੀ।